ਅੱਜ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਹਾਈ ਕਮਾਨ ਦੇ ਨਾਲ ਸਿੱਧੇ ਤੌਰ ਤੇ ਪੰਗਾ ਲੈ ਲਿਆ ਹੈ ਤੇ ਅੱਗੋਂ ਹਾਈ ਕਮਾਨ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਲਟਵਾਰ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਹਦਾ ਕੀ ਸਿੱਟੇ ਨਿਕਲਣਗੇ, ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਨ ਦੇ ਨਾਲ ਪੰਗਾ ਲਿਆ, ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਉਧਰ ਪ੍ਰਗਟ ਸਿੰਘ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਫਿਰ ਤੋਂ ਭੇਤ ਖੋਲ ਦਿੱਤੇ ਨੇ। ਕੀ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ, ਉਸ ਤੇ ਵੀ ਗੱਲਬਾਤ ਕਰਾਂਗੇ। ਤਾਂ ਚੰਨੀ ਸਰਕਾਰ ਦੇ ਵੱਲੋਂ ਤ੍ਰਿਪਤ ਸਿੰਘ ਬਾਜਵਾ ਨੂੰ ਬੜਾ ਤੋਹਫਾ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਝਟਕਾ ਦਿੱਤਾ ਸੀ ਤੇ ਉਸੇ ਨੂੰ ਹੀ ਲੈ ਕੇ, ਉਸੇ ਝਟਕੇ ਨੂੰ ਹੀ ਲੈ ਕੇ ਹੁਣ ਚੰਨੀ ਸਰਕਾਰ ਦੇ ਵੱਲੋਂ ਤ੍ਰਿਪਤ ਬਾਜਵਾ ਨੂੰ ਵੱਡਾ ਤੋਹਫਾ ਦਿੱਤਾ ਗਿਆ। ਕੀ ਉਹ ਤੋਹਫਾ, ਉਸ ਤੇ ਵੀ ਗੱਲਬਾਤ ਕਰਾਂਗੇ। ਇਹਨਾਂ ਸਾਰੀਆਂ ਖਬਰਾਂ ਦੀ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਸਵਾਗਤ ਹੈ ਪ੍ਰੋਗਰਾਮ ਵਿੱਚ। बहुत बहुत शुक्रिया, मेहरबानी, धन्यवाद सुखविंदर जी। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰੀਏ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁਣ ਸਿੱਧੇ ਹਾਈ ਕਮਾਨ ਦੇ ਨਾਲ ਭਿੜਦੇ ਹੋਏ ਨਜ਼ਰ ਆ ਰਹੇ ਆ, ਨਾਰਾਜ਼ਗੀ ਜਤਾ ਰਹੇ ਆ ਕਿ ਸਿੱਧੂ ਨੂੰ ਕਿਉਂ ਸ਼ਿੱਦਤ ਦੇ ਨਾਲ ਮਨਾਉਣ ਲੱਗੇ ਆ ਤੇ ਉਹਨੂੰ ਕਿਉਂ ਨਹੀਂ ਕੋਈ ਮਨਾਉਣ ਆਇਆ। ਕੱਲ ਹਰੀਸ਼ ਰਾਵਤ ਤੇ ਸੁਰਜੇਵਾਲਾ ਦੇ ਨਾਲ ਵੀ ਪੰਗਾ ਲੈ ਰਿਹਾ। ਸੁਰਜੇਵਾਲਾ ਨੇ ਤਾਂ ਵੱਡਾ ਹੀ ਖੁਲਾਸਾ ਕਰਤਾ। ਉਹ ਕਹਿੰਦੇ ਕਿ 79 ਦੇ ਵਿੱਚੋਂ 78 ਵਿਧਾਇਕ ਹੀ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਵਿਰੋਧ ਚ ਸੀ। ਤਾਂ ਉਧਰ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ, ਕਹਿੰਦੇ ਸਾਰੇ ਝੂਠ ਬੋਲ ਰਹੇ ਆ, ਹਾਈਕਮਾਨ ਝੂਠ ਬੋਲ ਰਹੀ ਹੈ। ਕਿਵੇਂ ਦੇਖਦੇ ਹੋ ਜੀ? ਸੁਖਵਿੰਦਰ ਜੀ, ਜਿੱਥੋਂ ਤੱਕ ਕੈਪਟਨ ਸਾਹਿਬ ਦਾ ਸਬੰਧ ਹੈ, ਕੈਪਟਨ ਸਾਹਿਬ ਇਸ ਵੇਲੇ ਚੁਰਾਹੇ ਤੇ ਖੜੇ ਨੇ ਔਰ ਚਾਰ ਰਸਤੇ ਉਹਨਾਂ ਦੇ ਆਪਾਂ ਜਦੋਂ ਵੇਖਦੇ ਹਾਂ ਤਾਂ ਚਾਰ ਰਸਤੇ ਉਹਨਾਂ ਨੂੰ ਮਿਲ ਸਕਦੇ ਆ। ਪਹਿਲੀ ਗੱਲ ਹੈ ਕਿ ਉਹ ਨਵੀਂ ਪਾਰਟੀ ਬਣਾ ਸਕਦੇ ਆ, ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਨਵਾਂ ਪੰਜਾਬ ਪਾਰਟੀ ਦੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ਼ਾਰਾ ਵੀ ਕੀਤਾ ਸੀਗਾ ਕਿ ਮੈਂ ਨਵੀਂ ਪਾਰਟੀ ਬਣਾ ਸਕਦਾ ਹਾਂ। ਦੂਜਾ ਉਹਨਾਂ ਦਾ ਹੈ ਕਿ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਔਰ ਆਪਾਂ ਨੂੰ ਵੀ ਪਤਾ ਹੈ ਕਿ ਬੀਜੇਪੀ ਵਾਲੇ 75 ਸਾਲਾਂ ਤੋਂ ਉੱਪਰ ਕਿਸੇ ਜਿਹੜਾ ਕੋਈ ਵੀ ਲੀਡਰ ਹੈ ਉਹਨੂੰ ਉਹ ਲੈ ਕੇ ਰਾਜ਼ੀ ਨਹੀਂ ਹੈਗੇ। ਉਹਨਾਂ ਨੂੰ ਸਿਰਫ ਸ਼ੋ ਪੀਸ ਉਹ ਰੱਖਣਾ ਚਾਹਣਗੇ। ਸੋ ਇਸੇ ਤਰ੍ਹਾਂ ਅਗਲਾ ਪੁਆਇੰਟ ਇਹ ਹੋ ਸਕਦਾ ਕਿ ਕਾਂਗਰਸ ਦੇ ਵਿੱਚ ਰਹਿ ਜਾਣ। ਕਾਂਗਰਸ ਦੇ ਵਿੱਚ ਰਹਿ ਕੇ ਹੀ ਇਦਾਂ ਹੀ ਉਹਨਾਂ ਨੂੰ ਲੱਗੂਗਾ ਕਿ ਮੇਰੀ ਖੱਜਲ ਖਵਾਰੀ ਜਿਹੜੀ ਹੈਗੀ ਹੈ ਹੋਈ ਹੈ ਜਾਂ ਹੋਰ ਹੋ ਰਹੀ ਹੈ। ਜਾਂ ਚੌਥਾ ਇੱਕੋ ਹੀ ਰਸਤਾ ਬਚਦਾ, ਉਹ ਹੈ ਸੰਨਿਆਸ ਦਾ। ਜਿਵੇਂ ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ, ਅੱਜ ਤੋਂ 4.5 ਸਾਲ ਪੌਣੇ 5 ਸਾਲ ਪਹਿਲਾਂ ਉਹਨਾਂ ਨੇ, ਤੁਹਾਨੂੰ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ, ਉਹਨਾਂ ਨੇ ਕਿਹਾ ਸੀਗਾ ਕਿ ਇਹ ਮੇਰੀ ਲਾਸਟ ਪਾਰੀ ਹੋਏਗੀ 17 ਵਾਲੀ, ਤੁਸੀਂ ਮੈਨੂੰ ਇਸ ਵਾਰੀ ਜਿਤਾ ਦਿਓ, ਅਗਲੇ ਵਾਰੀ ਮੈਂ ਸੰਨਿਆਸ ਲੈ ਲਾਂਗਾ, ਇਸ ਤੋਂ ਬਾਅਦ ਮੈਂ ਚੋਣਾਂ ਨਹੀਂ ਲੜਾਂਗਾ। ਸੋ ਇਸ ਵੇਲੇ ਚਾਰ ਰਸਤੇ ਉਹਨਾਂ ਦੇ ਕੋਲ ਹੈਗੇ ਆ। ਇੱਕ ਚੌਥਾ ਰਸਤਾ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ, ਉਹਨਾਂ ਨੂੰ ਸੰਨਿਆਸ ਲੈਣਾ ਚਾਹੀਦਾ ਹੈ, ਉਹਨਾਂ ਨੂੰ ਆਪਣੇ ਫਾਰਮ ਹਾਊਸ ਦੇ ਵਿੱਚ ਰੈਸਟ ਕਰਨੀ ਚਾਹੀਦੀ ਹੈ, ਕਿਉਂਕਿ ਉਮਰ ਦਰਾਜ਼ ਵੀ ਹੋ ਗਏ ਨੇ। ਆਪਾਂ ਨੂੰ ਪਤਾ ਲੱਗ ਰਿਹਾ ਹੈ ਜਦੋਂ ਉਹ ਤੁਰਦੇ ਨੇ ਤਾਂ ਤੁਰਿਆ ਨਹੀਂ ਜਾ ਰਿਹਾ ਉਹਨਾਂ ਤੋਂ। ਸੋ ਇਸ ਕਰਕੇ, ਕਿਉਂਕਿ ਜਿਹੜੀ ਅੱਜ ਦੀ ਜਿਹੜੀ ਰਾਜਨੀਤੀ ਹੈ ਉਹ ਕੋਈ ਬੈਠ ਕੇ ਲੜਨ ਵਾਲੀ ਰਾਜਨੀਤੀ ਹੈ ਕਿ ਤੁਸੀਂ ਬੈਠ ਕੇ ਫਾਰਮ ਹਾਊਸ ਦੇ ਵਿੱਚ ਤੁਸੀਂ ਬੈਠੇ ਬੈਠੇ ਸਾਰੀਆਂ ਚੀਜ਼ਾਂ ਨੂੰ ਘੁਮਾਈ ਜਾਓਗੇ। ਇਹ ਹੁਣ ਚੱਲਣ ਵਾਲੀ ਨਹੀਂ ਹੈ। ਹੁਣ ਤੁਹਾਨੂੰ ਲੋਕਾਂ ਦੇ ਵਿੱਚ ਆਉਣਾ ਪਏਗਾ, ਹੁਣ ਤੁਹਾਨੂੰ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਨਾ ਪਏਗਾ। ਤੁਸੀਂ ਜਦੋਂ ਆਪਾਂ ਚੰਨੀ ਸਾਹਿਬ ਇਹ ਲੜਾਈ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਦੇਖੋ, ਇਹਦੇ ਵਿੱਚ ਜੇ ਲੜਾਈ ਇਹ ਵੱਧਦੀ ਹੈ ਤਾਂ ਲਾਜ਼ਮੀ ਤੌਰ ਤੇ ਕੈਪਟਨ ਸਾਹਿਬ ਦੇ ਲਈ ਇਹ ਨੁਕਸਾਨਦਾਇਕ ਹੋ ਸਕਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰੀ ਜਿਹੜੀ ਹੈਗੀ ਆ 9.5 ਸਾਲ ਜੇ ਉਹ ਮੁੱਖ ਮੰਤਰੀ ਬਣੇ ਨੇ ਜਾਂ ਉਹਨਾਂ ਦੀ ਛਵੀ ਜਿਹੜੀ ਬਣਾਈ ਗਈ ਹੈ ਉਹ ਕਾਂਗਰਸ ਦੇ ਸਹਾਰੇ ਹੀ ਬਣੀ ਹੈ। ਪਹਿਲਾਂ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਵਿੱਚ ਹੁੰਦੇ ਸੀ, ਮੰਨ ਲਓ ਕਿਸੇ ਵੇਲੇ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਜਾਂ ਹੋਰ ਜਿਹੜੀਆਂ ਉਹਨਾਂ ਨੇ ਆਪਣੀਆਂ ਵੱਖਰੀਆਂ ਪਾਰਟੀਆਂ ਵੀ ਬਣਾਈਆਂ ਜਾਂ ਹੋਰ ਵੱਖਰੀਆਂ ਪਾਰਟੀਆਂ 'ਚ ਗਏ, ਉੱਥੇ ਉਹਨਾਂ ਦੀ ਛਵੀ ਜਿਹੜੀ ਹੈਗੀ ਹੈ ਨਹੀਂ ਬਣ ਪਾਈ ਔਰ ਕਾਂਗਰਸ ਨੇ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਔਰ ਕਾਂਗਰਸ ਨੇ ਹੀ ਉਹਨਾਂ ਨੂੰ ਪ੍ਰਧਾਨ ਵੀ ਬਣਾਇਆ ਔਰ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਬਣਾਇਆ ਔਰ 2 ਵਾਰੀ ਜਿਹੜੀਆਂ ਵਧੀਆ ਪਾਰੀਆਂ ਵੀ ਉਹਨਾਂ ਤੋਂ ਖੜਵਾਈਆਂ। ਔਰ ਇਸੇ ਕਰਕੇ ਕਾਂਗਰਸ ਦੀ ਹਾਈ ਕਮਾਂਡ ਅੱਜ ਇਹੀ ਗੱਲ ਕਹਿ ਰਹੀ ਹੈ ਕਿ ਭਾਈ ਤੁਸੀਂ ਜੇ ਤੁਹਾਨੂੰ ਇੱਕ ਮੌਕਾ ਦਿੱਤਾ ਸੀ ਤਾਂ ਜਾਂ ਤਾਂ ਤੁਸੀਂ ਉਸ ਮੌਕੇ ਦਾ ਫਾਇਦਾ ਉਠਾਉਂਦੇ, ਲੋਕਾਂ 'ਚ ਜਾਂਦੇ, ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰੇ ਕਰਦੇ। ਸੋ ਪਰ ਹੋਇਆ ਕਿ ਆਪਾਂ ਨੂੰ ਵੀ ਪਤਾ ਹੈ, ਸੁਰਜੇਵਾਲਾ ਨੇ ਇਹੀ ਗੱਲ ਜਿਹੜੀ ਹੈਗੀ ਕਹੀ ਹੈ ਕਿ ਤੁਹਾਡੇ ਖਿਲਾਫ ਜਿਹੜਾ ਹੈਗਾ ਲਗਭਗ ਸਾਰੇ ਦੇ ਸਾਰੇ ਐਮਐਲਏ ਜਿਹੜੇ ਸੀਗੇ ਉਹ ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਸੀਗੇ। ਸੋ ਇਸ ਕਰਕੇ ਉਸ ਨਾਰਾਜ਼ਗੀ ਤੋਂ ਡਰਦੇ ਹੋਏ ਹਾਈ ਕਮਾਂਡ ਨੇ ਚਿਹਰਾ ਬਦਲਿਆ ਹੈ, ਚੰਨੀ ਸਾਹਿਬ ਨੂੰ ਅੱਗੇ ਲੈ ਕੇ ਆਏ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਕੈਪਟਨ ਸਾਹਿਬ ਇਸੇ ਤਰ੍ਹਾਂ ਦਾ ਆਪਣਾ ਰੋਸਾ ਰੱਖਦੇ ਆ ਤਾਂ ਉਹਨਾਂ ਦਾ ਕਾਂਗਰਸ ਦੇ ਵਿੱਚ ਵੀ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ, ਉਹਨਾਂ ਨੂੰ ਕੱਢਿਆ ਜਾ ਸਕਦਾ ਹੈ। ਜਿਵੇਂ ਉਹ ਬੀਜੇਪੀ ਦੇ ਲੀਡਰਾਂ ਨੂੰ ਮਿਲ ਰਹੇ ਨੇ, ਬੀਜੇਪੀ ਦੇ ਪੈਰ 'ਚ ਪੈਰ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ, ਕਦੇ ਉਹ ਅਮਿਤ ਸ਼ਾਹ ਨੂੰ ਮਿਲਦੇ ਆ, ਕਦੇ ਹੋਰ ਬੀਜੇਪੀ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਮਿਲ ਰਹੇ ਆ।
ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਬੀਜੇਪੀ ਦੇ ਵਿੱਚ ਜਾਂਦੇ ਨੇ ਜਾਂ ਬੀਜੇਪੀ ਵੱਲ ਇਸ਼ਾਰਾ ਕਰਦੇ ਨੇ, ਔਰ ਜਿਵੇਂ ਤੁਸੀਂ ਕਿਹਾ ਕਿ ਪ੍ਰਗਟ ਸਿੰਘ ਨੇ ਤਾਂ ਇਹ ਕਹਿ ਹੀ ਦਿੱਤਾ ਕਿ ਪ੍ਰਗਟ ਸਿੰਘ ਨੇ ਦਾ ਮਤਲਬ ਕਹਿਣ ਦਾ ਇਹੀ ਹੈ ਕਿ ਬੀਜੇਪੀ ਦੇ ਵਿੱਚ ਜਾਣ ਕਰਕੇ ਉਹਨਾਂ ਨੇ ਜਾਣਬੁੱਝ ਕੇ ਜਿਹੜਾ ਝੋਨੇ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਆ ਚੱਕਣ ਤੋਂ। ਸੋ ਇਸ ਕਰਕੇ ਆਪਾਂ ਇਹ ਵੇਖ ਰਹੇ ਹਾਂ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਬਗਾਵਤ ਦੀ ਸੁਰ ਕੈਪਟਨ ਸਾਹਿਬ ਦੇ ਖਿਲਾਫ ਨਜ਼ਰ ਆ ਰਹੀ ਹੈ। ਸੋ ਜੇਕਰ ਇਹ ਲਗਾਤਾਰ ਵੱਧਦੀ ਹੈ ਤਾਂ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕੈਪਟਨ ਸਾਹਿਬ ਨੂੰ ਜਿਹੜਾ ਹੈਗਾ ਕਾਂਗਰਸ ਇੱਕ ਬਾਹਰ ਦਾ ਰਸਤਾ ਦਿਖਾ ਸਕਦੀ ਹੈ। ਸੰਭਾਵਨਾਵਾਂ ਇਹ ਇਸ ਵੇਲੇ ਕਾਫੀ ਲੱਗ ਰਹੀਆਂ ਨੇ। ਹਾਲਾਤ ਹੀ ਇਹੋ ਜਿਹੇ ਪੈਦਾ ਕਰਨੇ ਚਾਹੁੰਦੇ ਨੇ ਕਿ ਮੈਨੂੰ ਕਾਂਗਰਸ ਨਾ ਛੱਡਣੀ ਪਵੇ, ਮੈਨੂੰ ਕਾਂਗਰਸ ਖੁਦ ਹੀ ਬਾਹਰ ਕਰ ਦੇਵੇ, ਅਜਿਹੇ ਹਾਲਾਤ ਹੀ ਪੈਦਾ ਕਰਨੇ ਚਾਹੁੰਦੇ। ਬਿਲਕੁਲ ਬਿਲਕੁਲ ਇਹੀ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਹੈ, ਕਿਉਂਕਿ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਈਵਨ ਜਦੋਂ ਉਹ ਮੁੱਖ ਮੰਤਰੀ ਵੀ ਸੀਗੇ ਉਦੋਂ ਵੀ ਉਹਨਾਂ ਨੇ ਬੀਜੇਪੀ ਦੀ ਸੁਰ ਚ ਸੁਰ ਮਿਲਾਉਣੀ ਸ਼ੁਰੂ ਕਰ ਦਿੱਤੀ ਸੀਗੀ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਆਪਾਂ ਜਲਿਆਂਵਾਲੇ ਬਾਗ ਦੀ ਘਟਨਾ ਵਾਪਰੀ ਔਰ ਜਦੋਂ ਉਸ ਦਾ ਮਸਲਾ ਸਾਹਮਣੇ ਆਇਆ ਔਰ ਰਾਹੁਲ ਜੀ ਨੇ ਜਲਿਆਂਵਾਲੇ ਬਾਗ ਨੂੰ ਜੋ ਚੇਂਜ ਕੀਤਾ ਹੈ ਉਹਦਾ ਬਹੁਤ ਵੱਡਾ ਇੱਕ ਮਸਲਾ, ਗੰਭੀਰ ਮਸਲਾ ਸੀਗਾ, ਉਹ ਸਵਾਲ ਚੁੱਕੇ ਸੀਗੇ। ਪਰ ਕੈਪਟਨ ਸਾਹਿਬ ਨੇ ਮੋਦੀ ਸਾਹਿਬ ਦੇ ਪੱਖ 'ਚ ਜਿਹੜੇ ਸੀਗੇ ਬਿਆਨ ਦਿੱਤੇ ਸੀਗੇ, ਉੱਥੋਂ ਹੀ ਲੱਗ ਰਿਹਾ ਸੀਗਾ ਕਿ ਕੈਪਟਨ ਸਾਹਿਬ ਅੰਦਰ ਰਹਿ ਕੇ ਵੀ ਬੀਜੇਪੀ ਦੀ ਲੜਾਈ ਲੜ ਰਹੇ ਨੇ। ਸੋ ਬਾਕੀ ਵੀ ਤੁਸੀਂ ਉਹਨਾਂ ਦੀ ਜਦੋਂ ਅਸੀਂ ਬਿਆਨ ਦੇਖਦੇ ਆ ਜਾਂ ਉਹਨਾਂ ਦੀ ਕਾਰਜਸ਼ੈਲੀ ਵੇਖਦੇ ਆ ਤਾਂ ਕਿਤੇ ਨਾ ਕਿਤੇ ਬੀਜੇਪੀ ਦੇ ਵੱਲ ਡੱਕਾ ਸੁੱਟਦੇ ਨਜ਼ਰ ਆਉਂਦੇ ਰਹੇ ਆ ਕੈਪਟਨ ਸਾਹਿਬ। ਸੋ ਇਸ ਕਰਕੇ ਹੁਣ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਸਾਹਿਬ ਇਹੀ ਚਾਹੁੰਦੇ ਨੇ ਕਿ ਮੈਨੂੰ ਕੁਝ ਨਾ ਕਰਨਾ ਪਵੇ, ਹਾਈ ਕਮਾਂਡ ਹੀ ਇਹ ਫੈਸਲਾ ਲਵੇ ਕਿ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ। ਸੋ ਸੰਭਾਵਨਾ ਹੀ ਲੱਗ ਰਹੀ ਹੈ ਜਿਸ ਕਿਸਮ ਦੇ ਬਿਆਨ, ਚਾਹੇ ਉਹ ਰਾਵਤ ਸਾਹਿਬ ਬਿਆਨ ਦੇ ਰਹੇ ਹੋਣ, ਚਾਹੇ ਸੁਰਜੇਵਾਲਾ ਜੀ ਬਿਆਨ ਦੇਣ, ਚਾਹੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਹੋਰ ਵੀ ਬਿਆਨ ਆਉਣ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਕੈਪਟਨ ਸਾਹਿਬ ਨੂੰ ਉਮੀਦ ਕੀਤੀ ਜਾਣੀ ਬਣਦੀ ਹੈ ਜਿਸ ਕਿਸਮ ਦੀਆਂ ਉਹਨਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਉੱਥੋਂ ਬਾਹਰ ਦਾ ਰਸਤਾ ਵਿਖਾਇਆ ਜਾ ਸਕਦਾ ਹੈ ਕਾਂਗਰਸ ਦੇ ਵਿੱਚੋਂ। ਸੁਖਵਿੰਦਰ ਜੀ, ਹੁਣ ਉਧਰ ਜਿਸ ਤਰੀਕੇ ਦੇ ਨਾਲ ਕੱਲ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਜਿਹੜੇ ਐਲਾਨ ਕੀਤਾ ਗਿਆ ਕਿ ਠੀਕ ਹੈ ਕਿ ਜਲਦ ਤੋਂ ਜਲਦ ਜਿਹੜਾ ਤੁਸੀਂ ਕਰਵਾ ਲਓ, ਯਾਨੀ ਕਿ ਅੱਜ ਤੋਂ ਤੁਸੀਂ ਜਿਹੜੀ ਫਸਲ ਦੀ ਖਰੀਦ ਸ਼ੁਰੂ ਕਰਵਾ ਲਓ, ਪਹਿਲਾਂ ਲੇਟ ਕਰ ਦਿੱਤੀ ਗਈ ਸੀ। ਤਾਂ ਪ੍ਰਗਟ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਚਾਲ ਸੀਗੀ ਪ੍ਰਧਾਨ ਮੰਤਰੀ ਨੂੰ ਮਿਲ ਕੇ ਲੇਟ ਕਰਵਾਉਣ ਦੀ, ਕਿ ਤੁਸੀਂ ਜਿਹੜੀ ਹੈ ਉਹ ਲੇਟ ਕਰ ਦਿਓ ਫਸਲ ਦੀ ਜਿਹੜੀ ਖਰੀਦ ਹੈ। ਇਸੇ ਕਰਕੇ ਜਿਹੜੀ ਫਸਲ ਦੀ ਖਰੀਦ ਕਹਿੰਦੇ ਲੇਟ ਕਰ ਦਿੱਤੀ ਗਈ ਸੀ। ਸੁਖਵਿੰਦਰ ਜੀ ਦੇਖੋ, ਕੈਪਟਨ ਸਾਹਿਬ ਆਪਾਂ ਪਿਛਲੀ ਜਿਹੜੀ ਕਾਰਜਸ਼ੈਲੀ ਵੇਖਦੇ ਆ ਉਹਨਾਂ ਦੀ, ਉਹ ਇਹ ਹੈ ਕਿ ਉਹ ਲਗਭਗ ਬਾਦਲਾਂ ਵਾਲੀ ਕਾਰਜਸ਼ੈਲੀ ਹੈ। ਇਹਦਾ ਮਤਲਬ ਕੀ ਹੈ ਕਿ ਦਿੱਲੀ ਦੇ ਵਿੱਚ ਕੁਝ ਹੋਰ ਬਿਆਨ ਦਿੰਦੇ ਆ, ਰਾਜਪੁਰੇ ਆ ਕੇ ਕੁਝ ਹੋਰ ਤੇ ਕਹਿੰਦੇ ਆ, ਜਲੰਧਰ ਆ ਕੇ ਕੁਝ ਹੋਰ ਬੋਲਦੇ ਆ, ਅੰਮ੍ਰਿਤਸਰ ਜਾ ਕੇ ਕੁਝ ਹੋਰ ਬੋਲਦੇ ਆ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਕੈਪਟਨ ਸਾਹਿਬ ਨੇ ਜਿਹੜਾ ਇੱਕ ਦਿਖਾਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਅਮਿਤ ਸ਼ਾਹ ਜੀ ਨਾਲ ਮਿਲ ਕੇ ਇਹ ਗੱਲ ਕਹੀ ਹੈ ਕਿ ਬਿੱਲ ਜਿਹੜੇ ਨੇ, ਕਾਲੇ ਕਾਨੂੰਨ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ। ਇਹ ਇੱਕ ਸਾਰਾ ਝੂਠ ਤੇ ਝੂਠ ਉਹ ਬੋਲ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਗੱਲਾਂ ਕੁਝ ਉੱਤੇ ਹੋਰ ਹੁੰਦੀਆਂ ਨੇ, ਦਿਖਾਇਆ ਕੁਝ ਹੋਰ ਜਾਂਦਾ ਹੈ। ਸੋ ਕਹਿਣ ਦਾ ਮਤਲਬ ਉਮੀਦ, ਜਿਵੇਂ ਪ੍ਰਗਟ ਸਿੰਘ ਜੀ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਆਏ ਹੋਣ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਆਏ ਹੋਣ ਕਿ ਕਿਸਾਨਾਂ ਦਾ ਜਿਹੜਾ ਹੈਗਾ ਝੋਨਾ ਚੁੱਕਣਾ ਤੁਸੀਂ ਲੇਟ ਕਰ ਦਿਓ। ਮੈਨੂੰ ਲੱਗਦਾ ਹੈ ਕਿ ਕਾਫੀ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਪਰ ਮੈਂ ਹੀ ਕਹਾਂਗਾ ਕਿ ਕੈਪਟਨ ਸਾਹਿਬ ਦੀ ਜਦੋਂ ਆਪਾਂ ਪਿਛਲੇ 4.5 ਸਾਲਾਂ ਦੀ ਕਾਰਜਸ਼ੈਲੀ ਵੇਖਦੇ ਹਾਂ ਜਾਂ ਪਿਛਲੇ ਲਗਭਗ 1.5 ਸਾਲ ਦੀ, ਜਦੋਂ ਅਸੀਂ ਕਿਸਾਨਾਂ ਦੇ ਉੱਤੇ ਕੱਲ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਰੇਲ ਰੋਕੋ ਅੰਦੋਲਨ ਦੇ ਦੌਰਾਨ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਸੀਗੇ, ਉਹ ਵੀ ਉਹਨਾਂ ਨੇ ਕਿਹਾ ਕਿ ਇਹ ਪਰਚੇ ਜਿਹੜੇ ਨੇ ਉਹ ਰੱਦ ਹੋਣੇ ਚਾਹੀਦੇ ਨੇ। ਕਹਿਣ ਦਾ ਮਤਲਬ ਹੈ ਕਿ ਕਿਸੇ ਵੇਲੇ ਕੈਪਟਨ ਸਾਹਿਬ ਨੇ ਕਿਸਾਨਾਂ ਦੇ ਉੱਤੇ ਪਰਚੇ ਵੀ ਦਰਜ ਕਰਵਾਏ ਸੀਗੇ। ਸੋ ਉਹਨਾਂ ਦਾ ਕੁੱਟ-ਕਟਾਪਾ ਵੀ ਹੋਇਆ ਸੀਗਾ। ਸੋ ਇਹ ਆਪਾਂ ਕਹਿ ਸਕਦੇ ਹਾਂ ਕਿ ਕੁੱਲ ਮਿਲਾ ਕੇ ਜਦੋਂ ਕਾਰਜਸ਼ੈਲੀ ਕਿਸਾਨਾਂ ਪ੍ਰਤੀ ਆਪਾਂ ਦੇਖਦੇ ਹਾਂ ਕੈਪਟਨ ਸਾਹਿਬ ਦੀ, ਤਾਂ ਕੋਈ ਬਹੁਤੀ ਹਮਦਰਦੀ ਵਾਲੀ ਨਹੀਂ ਨਜ਼ਰ ਆਉਂਦੀ। ਔਰ ਉਹਦੇ ਵਿੱਚੋਂ ਇਦਾਂ ਦੀਆਂ ਸੰਭਾਵਨਾਵਾਂ ਜੋ ਪ੍ਰਗਟ ਸਿੰਘ ਜੀ ਉਠਾ ਰਹੇ ਨੇ, ਉਹਨਾਂ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ, ਉਹ ਹੋ ਸਕਦਾ ਹੈ ਕਿ ਉਹ ਸੱਚੀਆਂ ਹੋ ਸਕਦੀਆਂ ਨੇ। ਸੁਖਿੰਦਰ ਜੀ, ਬਿਲਕੁਲ। ਤਾਂ ਉਸੇ ਅਗਲੀ ਖਬਰ ਦੀ ਜੇਕਰ ਆਪਾਂ ਗੱਲਬਾਤ ਕਰੀਏ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਭਾਣਜੇ ਨੂੰ ਨਵਜੋਤ ਮਾਹਲ ਨੂੰ ਜਿਹੜਾ ਦੁਬਾਰਾ SSP ਲਗਾ ਦਿੱਤਾ ਗਿਆ। ਪਹਿਲਾਂ ਕੈਪਟਨ ਸਰਕਾਰ ਦੇ ਵੱਲੋਂ ਝਟਕਾ ਦਿੰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ, ਕਿਉਂਕਿ ਖੜਕ ਗਈ ਸੀ ਆਪਸ ਦੇ ਵਿੱਚ ਦੋਵਾਂ ਦੀ, ਤਾਂ ਖੁੱਡੇ ਲੈਣ ਇੱਕ ਤਰੀਕੇ ਦੇ ਨਾਲ ਲਗਾ ਦਿੱਤਾ ਗਿਆ ਸੀਗਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਭਾਣਜੇ ਨਵਜੋਤ ਸਿੰਘ ਮਾਹਲ ਨੂੰ ਜਿਹੜੇ SSP ਨੇ। ਤਾਂ ਹੁਣ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਬਦਲੇ ਨੇ ਤਾਂ ਉਵੇਂ ਹੀ ਜਿਹੜਾ ਹੈਗਾ ਨਵਜੋਤ ਸਿੰਘ ਮਾਹਲ ਨੂੰ SSP ਮੋਹਾਲੀ ਲਗਾ ਦਿੱਤਾ ਗਿਆ। ਕਿਵੇਂ ਦੇਖਦੇ ਹੋ ਕਿ ਆਪਣੇ ਕਰੀਬੀਆਂ ਦੀਆਂ ਜਿਹੜੀਆਂ ਇਹ ਨਿਯੁਕਤੀਆਂ ਕੀਤੀਆਂ ਜਾ ਰਹੀਆਂ, ਉਧਰ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਲਗਾਤਾਰ ਸਵਾਲ ਚੁੱਕਦੇ ਆ ਰਿਹਾ ਨਿਯੁਕਤੀਆਂ ਤੇ
ਤਾਂ ਹੁਣ ਸਰਕਾਰ ਜਿਹੜੀ ਆਪਣੀ ਮਨਮਾਨੀਆਂ ਤਰੀਕੇ ਨਾਲ ਜਿਹੜੀ ਕਰ ਰਹੀ ਹੈ, ਨਿਯੁਕਤੀਆਂ ਦੁਬਾਰਾ ਤੋਂ ਜਿਹੜੀਆਂ ਕੀਤੀਆਂ ਜਾ ਰਹੀਆਂ, ਕਿਵੇਂ ਦੇਖਦੇ ਹੋ ਜੀ? ਸੁਖਵਿੰਦਰ ਜੀ ਦੇਖੋ, ਕਾਂਗਰਸ ਦੇ ਚਾਹੇ ਉਹ ਐਮਐਲਏ ਸਾਹਿਬਾਨ ਹੋਣ, ਚਾਹੇ ਵਲੰਟੀਅਰ ਹੋਣ, ਚਾਹੇ ਮਿਨਿਸਟਰ ਹੋਣ, ਪਿਛਲੇ 4.5 ਸਾਲ ਤੋਂ ਕੀ ਰੋਣਾ ਰੋਂਦੇ ਰਹੇ ਆ। ਉਹ ਉਹੀ ਕਹਿੰਦੇ ਰਹੇ ਆ ਕਿ ਚਾਹੇ ਅਫਸਰਸ਼ਾਹੀ ਹੋਵੇ, ਚਾਹੇ ਪੁਲਿਸ ਦੇ ਅਫਸਰ ਹੋਣ, ਸਾਡੀ ਤਾਂ ਕੋਈ ਪੁੱਛ ਪ੍ਰਤੀਤ ਹੀ ਨਹੀਂ ਹੈ। ਨਾ ਥਾਣਿਆਂ ਦੇ ਵਿੱਚ ਪੁੱਛ ਪ੍ਰਤੀਤ ਹੈ, ਨਾ ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਪੁੱਛ ਪ੍ਰਤੀਤ ਹੈ। ਔਰ ਇਸ ਕਰਕੇ ਆਪਣਾ ਵੱਡਾ ਰੋਣਾ ਉਹਨਾਂ ਨੇ ਰਾਹੁਲ ਜੀ ਕੋਲ ਵੀ ਰੋਇਆ, ਔਰ ਖੜਗੇ ਕਮੇਟੀ ਦੇ ਕੋਲ ਵੀ ਰੋਇਆ, ਔਰ ਲਗਾਤਾਰ ਉਹ ਇਹੀ ਕਹਿੰਦੇ ਆ ਰਹੇ ਨੇ ਕਿ ਸਾਡੀ ਕੋਈ ਜਿਹੜੀ ਹੈਗੀ ਪੁੱਛ ਪ੍ਰਤੀਤ ਕਿਉਂ ਨਹੀਂ ਹੋ ਰਹੀ, ਹਾਲਾਂਕਿ ਕਾਂਗਰਸ ਦੀ ਸਰਕਾਰ ਹੈ। ਔਰ ਇਹਦਾ ਕਾਰਨ ਕੀ ਸੀਗਾ? ਇਹਦਾ ਕਾਰਨ ਵੱਡਾ ਇਹੀ ਸੀਗਾ ਕਿ ਕੈਪਟਨ ਸਾਹਿਬ ਜਦੋਂ ਸੱਤਾ 'ਚ ਆਏ ਸੀਗੇ 4.5 ਸਾਲ, ਪੌਣੇ 5 ਸਾਲ ਪਹਿਲਾਂ, ਤਾਂ ਸੱਤਾ 'ਚ ਆਉਣ ਤੋਂ ਬਾਅਦ ਤੁਸੀਂ ਬਹੁਤ ਵੱਡੀਆਂ ਤਬਦੀਲੀਆਂ ਕਰਨੀਆਂ ਹੁੰਦੀਆਂ ਨੇ, ਅਫਸਰਸ਼ਾਹੀ ਦੇ ਵਿੱਚ ਵੀ ਔਰ ਪੁਲਿਸ ਮਹਿਕਮੇ ਦੇ ਵਿੱਚ ਵੀ। ਪਰ ਉਹ ਬਹੁਤੀਆਂ ਤਬਦੀਲੀਆਂ ਨਹੀਂ ਹੋਈਆਂ ਇਸ ਵਾਰੀ, ਔਰ ਨਤੀਜਾ ਕੀ ਨਿਕਲਿਆ? ਲੋਕਾਂ ਨੂੰ ਇਹੀ ਲੱਗਿਆ ਕਿ ਸਰਕਾਰ ਤਾਂ ਕੋਈ ਬਦਲਦੀ ਨਜ਼ਰ ਹੀ ਨਹੀਂ ਆਈ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਚੰਨੀ ਸਾਹਿਬ, ਹੁਣ ਵਧੀਆ ਗੱਲ ਹੈ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੀ ਹੈਗੀ ਆ ਆਪਣੀ ਤਰ੍ਹਾਂ ਦੀ ਅਫਸਰਸ਼ਾਹੀ ਜਾਂ ਆਪਣੇ ਤਰ੍ਹਾਂ ਦੇ ਜਿਹੜੇ ਪੁਲਿਸ ਮਹਿਕਮੇ ਨੂੰ ਬਦਲ ਰਹੇ ਨੇ, ਔਰ ਅਫਸਰ ਜਿਹੜੇ ਨੇ, ਚਾਹੇ ਉਹ ਐਸਐਸਪੀ ਸਾਹਿਬਾਨ ਹੋਣ, ਚਾਹੇ ਡੀਆਈਜੀ ਸਾਹਿਬਾਨ ਹੋਣ, ਚਾਹੇ ਆਈਜੀ ਸਾਹਿਬਾਨ ਹੋਣ, ਸਾਰਿਆਂ ਨੂੰ ਉਹ ਬਦਲਣ ਦੀ ਇੱਕ ਕੋਸ਼ਿਸ਼ ਕਰ ਰਹੇ ਨੇ, ਇੱਕ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਸੱਤਾ ਦੇ ਵਿੱਚ ਆ ਕੇ ਅਸੀਂ ਤਬਦੀਲੀਆਂ ਕਰਨਾ ਚਾਹੁੰਦੇ ਹਾਂ। ਅਸੀਂ ਲੋਕਾਂ ਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਬਦਲਾਅ ਦੀ ਰਾਜਨੀਤੀ ਕਰ ਰਹੇ ਹਾਂ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਚੰਨੀ ਸਾਹਿਬ ਹੋਣ, ਚਾਹੇ ਕੋਈ ਹੋਰ ਹੋਵੇ, ਉਹਨਾਂ ਦੀ ਇੱਕ ਲੋੜ ਹੁੰਦੀ ਹੈ। ਜੇ ਤੁਸੀਂ ਕੰਮ ਕਰਾਉਣੇ ਆ ਲੋਕਾਂ ਦੇ, ਜੇ ਤੁਸੀਂ ਆਪਣੇ ਵਲੰਟੀਅਰ ਨੂੰ ਜਿਹੜਾ ਹੈਗਾ ਖੁਸ਼ ਕਰਨਾ ਹੈ, ਉਹਨਾਂ ਦੇ ਕੰਮ ਹੋਣੇ ਚਾਹੀਦੇ ਨੇ, ਉਹਨਾਂ ਦੀ ਰਿਸਪੈਕਟ ਹੋਵੇ, ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਆਪਣੀ ਤਰ੍ਹਾਂ ਦੇ ਏਦਾਂ ਦੇ ਅਫਸਰ ਸਾਹਿਬਾਨ ਲਾਉਣੇ ਪੈਣਗੇ। ਹਰ ਪਾਰਟੀ ਜਦੋਂ ਵੀ ਸੱਤਾ 'ਚ ਆਉਂਦੀ ਹੈ ਉਹ ਕਰਦੀ ਹੈ। ਸੋ ਇਸ ਕਰਕੇ ਇਹ ਇੱਕ ਬੁਨਿਆਦੀ ਲੋੜ ਹੈ। ਚੰਨੀ ਸਾਹਿਬ ਇਹ ਕਰ ਰਹੇ ਨੇ, ਹੋ ਸਕਦਾ ਹੈ ਕਿ ਇਹਦੇ ਚੰਗੇ ਨਤੀਜੇ ਨਿਕਲ ਜਾਣ, ਔਰ ਇਹ ਤਾਂ ਹੁਣ ਸਮਾਂ ਦੱਸੇਗਾ ਕਿ ਇਹ ਜਿਹੜੇ ਜਿਸ ਤਰ੍ਹਾਂ ਦੀ ਅਫਸਰਸ਼ਾਹੀ ਲਾਈ ਜਾ ਰਹੀ ਹੈ, ਜਿਸ ਤਰ੍ਹਾਂ ਦੇ ਲੋਕ ਅੱਗੇ ਲਿਆਂਦੇ ਜਾ ਰਹੇ ਨੇ, ਚਾਹੇ ਪੁਲਿਸ ਮਹਿਕਮੇ ਦੇ ਵਿੱਚ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ ਪੁਲਿਸ ਮਹਿਕਮੇ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਤਬਦੀਲੀਆਂ ਹੋ ਚੁੱਕੀਆਂ ਨੇ, ਇਸੇ ਤਰ੍ਹਾਂ ਅਫਸਰਸ਼ਾਹੀ ਦੀਆਂ ਤਬਦੀਲੀਆਂ ਜਾਰੀ ਨੇ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜੇ ਵੱਡੇ ਵਾਅਦੇ ਕਰਕੇ ਕੈਪਟਨ ਸਾਹਿਬ ਸੱਤਾ 'ਚ ਆਏ ਸੀਗੇ, ਉਹ ਵਾਅਦੇ ਕਿਉਂਕਿ ਇਹਨਾਂ ਅਫਸਰਾਂ ਦੇ ਰਾਹੀਂ ਪੂਰੇ ਹੋਣੇ ਆ, ਔਰ ਅਫਸਰਸ਼ਾਹੀ ਦਾ ਬਹੁਤ ਵੱਡਾ ਰੋਲ ਹੁੰਦਾ ਹੈ, ਪੁਲਿਸ ਮਹਿਕਮੇ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਚੇਂਜ ਦੇ ਵਿੱਚ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਚੰਨੀ ਸਾਹਿਬ ਚੰਗੇ ਚਿਹਰੇ, ਇਮਾਨਦਾਰ ਚਿਹਰੇ, ਵਧੀਆ ਚਿਹਰੇ ਜਿਹੜੇ ਨੇ ਉਹ ਅੱਗੇ ਲੈ ਕੇ ਆਉਣਗੇ, ਔਰ ਪੰਜਾਬ ਦੇ ਲੋਕਾਂ ਦਾ ਜਿਹੜਾ ਹੈਗਾ ਹੋ ਸਕਦਾ ਹੈ ਕਿ ਇਹਦੇ ਨਾਲ ਭਲਾ ਹੋ ਸਕੇ। ਸੁਖਿੰਦਰ ਜੀ, ਡਾਕਟਰ ਸਾਹਿਬ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਜਿਹੜਾ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਊਗਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।